Hello student, I am Sandeep Singh, lecturer electrical engineering teaching subject energy conservation for second semester electrical diploma student. Today our topic on losses in induction motor. There are two types of losses occur in induction motor. First one constant losses or fixed losses and second one variable losses. First of all we discuss about constant losses or fixed losses. Constant losses are those losses which are considered to remain constant over normal working range of induction motor. The fixed losses can be easily obtained by performing no load test on induction motor. These losses are further classified as first one iron or core losses, second one mechanical losses, third one brush friction losses. ਕਹਿੰਦੇ ਕੌਂਸਟੈਂਟ ਲੌਸਿਸ ਕਿਹੜੇ ਹੁੰਦੇ ਆ ਜਿਹੜੇ ਕਿ ਨੋ ਲੋਡ ਕੰਡੀਸ਼ਨ ਦੇ ਉੱਤੇ ਜਿਹੜੇ ਆਪਾਂ ਨੂੰ ਲੌਸਿਸ ਹੁੰਦੇ ਆ ਜਦੋਂ ਕੋਈ ਵੀ ਆਪਾਂ ਲੋਡ ਨਹੀਂ ਪਾਇਆ ਹੋਇਆ ਮੋਟਰ ਦੇ ਉੱਤੇ ਜਿਹੜੇ ਕੌਂਸਟੈਂਟ ਲੌਸਿਸ ਹੁੰਦੇ ਆ ਉਹ ਹੁੰਦੇ ਆ ਇਹ ਹਮੇਸ਼ਾ ਫਿਕਸ ਰਹਿੰਦੇ ਆ ਲੌਸਿਸ ਜਿਹੜੇ ਇਹ ਅੱਗੇ ਫਰਦਰ ਤਿੰਨ ਤਰ੍ਹਾਂ ਦੇ ਵਿੱਚ ਡਿਵਾਈਡ ਕੀਤੇ ਜਾਂਦੇ ਆ ਪਹਿਲਾ ਹੋ ਗਿਆ ਆਇਰਨ ਔਰ ਕੋਰ ਲੌਸਿਸ ਮਤਲਬ ਜਿਹੜੀ ਸਟੇਟਰ ਦੀ ਕੋਰ ਆ ਜਾਂ ਰੋਟਰ ਦੀ ਕੋਰ ਆ ਉਹਦੇ ਵਿੱਚ ਜਿਹੜੇ ਲੌਸਿਸ ਹੁੰਦੇ ਆ ਉਹਨੂੰ ਆਪਾਂ ਆਇਰਨ ਔਰ ਕੋਰ ਲੌਸਿਸ ਕਹਿੰਦੇ ਆ ਸੈਕਿੰਡ ਵਨ ਹੈਗਾ ਮਕੈਨੀਕਲ ਲੌਸਿਸ ਮਕੈਨੀਕਲ ਲੌਸਿਸ ਜਿਵੇਂ ਕੋਈ ਆਪਣੀ ਜਿਹੜੀ ਪ੍ਰਾਈਮ ਮੂਵਰ ਘੁੰਮਦਾ ਪਿਆ ਜਿਹੜਾ ਰੋਟਰ ਘੁੰਮਦਾ ਪਿਆ ਉਹਦੇ ਨਾਲ ਜਿਹੜੇ ਫ੍ਰਿਕਸ਼ਨਲ ਲੌਸਿਸ ਜਾਂ ਬੈਰਿੰਗ ਦੇ ਲੌਸਿਸ ਜਿਹੜੇ ਬੈਰਿੰਗ ਫ੍ਰਿਕਸ਼ਨ ਦੇ ਲੌਸਿਸ ਉਹਨਾਂ ਨੂੰ ਆਪਾਂ ਜਿਹੜੇ ਸੈਕਿੰਡ ਟਾਈਪ ਜਿਹੜੇ ਮਕੈਨੀਕਲ ਲੌਸਿਸ ਆ ਜਾਂਦੇ ਆ ਥਰਡ ਵਨ ਬਰਸ਼ ਫ੍ਰਿਕਸ਼ਨ ਲੌਸਿਸ ਜਿਹੜੇ ਬਰਸ਼ ਲੱਗੇ ਹੁੰਦੇ ਆ ਉਹਨਾਂ ਦੇ ਜਿਹੜੇ ਫ੍ਰਿਕਸ਼ਨ ਦੇ ਨਾਲ ਲੌਸਿਸ ਹੁੰਦੇ ਆ ਇਹ ਥਰਡ ਟਾਈਪ ਆ ਫਸਟ ਵਨ ਆਪਾਂ ਡਿਸਕਸ ਕਰਾਂਗੇ ਆਇਰਨ ਔਰ core losses. Iron or core losses are further divided into hysteresis or eddy current losses. ਆਇਰਨ ਅਤੇ ਕੋਰ ਲਾਸਿਸ ਨੂੰ ਆਪਾਂ ਫਰਦਰ ਅੱਗੇ ਦੋ ਪਾਰਟਸ 'ਚ ਡਿਵਾਈਡ ਕੀਤਾ ਹੋਇਆ ਹਿਸਟੈਰਿਸਿਸ ਅਤੇ ਐਡੀ ਕਰੰਟ ਲਾਸਿਸ ਹਿਸਟੈਰਿਸਿਸ ਅਤੇ ਐਡੀ ਕਰੰਟ ਲਾਸਿਸ ਆਪਾਂ ਟਰਾਂਸਫਾਰਮਰ 'ਚ ਵੀ ਡਿਸਕਸ ਕੀਤਾ ਸੀ ਕੀ ਹੁੰਦੇ ਆ ਇਹ ਲਾਸਿਸ ਅਤੇ ਕਿਵੇਂ ਇਹ ਜਿਹੜਾ ਆਪਾਂ ਨੂੰ loss ਕਰਦੇ ਆ during a performance of induction motor. Eddy current losses are minimized by using lamination on a core. Eddy current ਨੂੰ ਜਿਹੜੇ ਆਪਾਂ reduce ਕਰਨ ਵਾਸਤੇ lamination ਕਰਦੇ ਆ with the help of varnish ਆਪਾਂ ਜਿਹੜੀ ਸਟੇਟਰ ਕੋਰ ਹੁੰਦੀ ਹੈ ਜਾਂ ਰੋਟਰ ਕੋਰ ਹੁੰਦੀ ਹੈ ਉਹਨੂੰ ਵਾਰਨਿਸ਼ ਕਰਕੇ ਲੈਮੀਨੇਟ ਕਰਕੇ ਕੋਰ ਨੂੰ ਐਡੀ ਕਰੰਟ ਲਾਸਿਸ ਨੂੰ ਘਟਾਉਂਦੇ ਆ since by laminating the core area decrease and hence resistance increase ਜਦੋਂ ਆਪਾਂ ਲੈਮੀਨੇਟ ਕਰਦੇ ਹਾਂ ਕੋਰ ਨੂੰ ਉਦੋਂ ਕੀ ਆ ਇਹ ਏਰੀਆ ਘੱਟ ਜਾਂਦਾ ਵਾ ਅਤੇ ਰਜਿਸਟੈਂਸ ਜਿਹੜੀ ਵੱਧ ਜਾਂਦੀ ਆ ਵਿਚ ਰਿਜ਼ਲਟਸ ਇਨ ਡਿਕਰੀਜ਼ ਇਨ ਐਡੀ ਕਰੰਟ ਅਤੇ ਇਹਦੇ ਨਾਲ ਕੀ ਆ ਐਡੀ ਕਰੰਟ ਜਿਹੜੇ ਉਹ ਘੱਟ ਜਾਂਦੇ ਆ ਹਿਸਟੈਰਿਸਿਸ ਲਾਸਿਸ ਆਰ minimized by high grade silicon steel. ਐਡੀ ਕਰੰਟ ਜਿਹੜਾ ਆਪਾਂ ਥੋੜ੍ਹਾ ਜਿਹਾ ਰਿਵਿਊ ਹੀ ਲੈ ਲੈਂਦੇ ਹਾਂ ਇਹਦਾ ਐਡੀ ਕਰੰਟ ਕੀ ਹੁੰਦਾ ਵਾ ਜਦੋਂ ਜਿਹੜੀ ਕੋਇਲ ਦੇ ਵਿੱਚ ਕਰੰਟ ਮੂਵ ਕਰਨ ਦੇ ਨਾਲ ਜਿਹੜੇ ਮੈਗਨੈਟਿਕ ਫੀਲਡ ਜਨਰੇਟ ਹੁੰਦਾ ਉਹ ਜਿਹੜਾ ਕੋਰ ਦੇ ਵਿੱਚ ਵੀ ਮੈਗਨੈਟਿਕ ਫੀਲਡ ਜਨਰੇਟ ਹੁੰਦਾ ਵਾ ਬਟ ਜਿਹੜਾ ਕੋਰ ਆ ਉਹ ਵੀ ਇੱਕ ਕੰਡਕਟਿੰਗ ਪਾਥ ਆ ਇਸ ਕਰਕੇ ਉਹਦੇ 'ਚ ਵੀ ਜਿਹੜਾ EMF ਇੰਡਿਊਸ ਹੋ ਕੇ ਕਰੰਟ ਫਲੋ ਹੋਣ ਲੱਗ ਜਾਂਦਾ ਉਹ ਜਿਹੜਾ ਅਨਵਾਂਟਡ ਕਰੰਟ ਆ ਉਹ ਹੀਟ ਪ੍ਰੋਡਿਊਸ ਕਰਦਾ ਉਹਨੂੰ ਆਪਾਂ ਐਡੀ ਕਰੰਟ ਕਹਿੰਦੇ ਹਾਂ ਹਿਸਟੈਰਿਸਿਸ ਲਾਸਿਸ ਅੱਗੇ ਡਿਸਕਸ ਕਰਦੇ ਹਾਂ ਹਿਸਟੈਰਿਸਿਸ ਲਾਸਿਸ ਆਪਾਂ ਜਿਹੜੇ ਸਿਲੀਕੋਨ ਸਟੀਲ ਯੂਜ਼ ਕਰਕੇ ਜਿਹੜੇ ਉਹ ਰਿਡਿਊਸ ਕਰ ਸਕਦੇ ਹਾਂ ਘਟਾ ਸਕਦੇ ਹਾਂ ਦ ਕੋਰ ਲਾਸਿਸ ਡਿਪੈਂਡ ਅਪੋਨ ਦ ਫ੍ਰੀਕੁਐਂਸੀ ਆਫ ਸਪਲਾਈ ਵੋਲਟੇਜ ਜਿਹੜੀ ਕੋਰ ਲਾਸਿਸ ਆ ਉਹ ਸਪਲਾਈ ਵੋਲਟੇਜ ਦੇ ਉੱਤੇ ਡਿਪੈਂਡ ਕਰਦੇ ਆ The frequency of a stator is always supply frequency F and the frequency of a rotor is slip time the supply frequency
which is always less than a stator frequency. For a stator frequency of 50 Hz, rotor frequency is about 1.5 Hz. Because under normal running conditions slip is of order 3%, hence the rotor core losses is very small as compared to stator core losses, and it is usually negligible in running condition. ਜਿਹੜੇ ਆਪਾਂ ਸਟੇਟਰ ਦੇ ਵਿੱਚ ਹੀ ਮੋਸਟਲੀ ਜਿਹੜੇ ਕੋਰ ਲਾਸਿਸ ਹੁੰਦੇ ਆ, ਕਿਉਂਕਿ ਰੋਟਰ ਦੇ ਵਿੱਚ ਜਿਹੜੀ ਫ੍ਰੀਕੁਐਂਸੀ ਹੁੰਦੀ ਆ 1.5 ਹਰਟਜ਼ ਹੁੰਦੀ ਹੈ, ਇਸ ਕਰਕੇ ਜਿਹੜੀ ਨੋਰਮਲ ਕੰਡੀਸ਼ਨ ਦੇ ਉੱਤੇ ਜਿਹੜੇ ਆਪਣੇ ਕੋਰ ਲਾਸਿਸ ਆ ਉਹ ਸਟੇਟਰ ਦੇ ਹੀ ਉੱਤੇ ਹੁੰਦੇ ਆ, ਅਤੇ ਕੋਰ ਲਾਸਿਸ ਨੂੰ ਆਪਾਂ ਯੂਜਲੀ ਨਿਗਲੀਜੀਬਲ ਕਰਦੇ ਹਾਂ ਰਨਿੰਗ ਕੰਡੀਸ਼ਨ ਦੇ ਵਿੱਚ। ਨੈਕਸਟ ਆ ਗਿਆ ਆਪਣੇ ਮਕੈਨੀਕਲ ਔਰ ਬਰਸ਼ ਫ੍ਰੈਕਸ਼ਨ ਲਾਸਿਸ। Mechanical losses are occur at bearing or brush friction losses occur in wound rotor induction motor. These losses are zero at starting, and with increase in speed these losses increase. The three-phase induction motor, the speed usually remain constant, hence these losses almost remain constant. ਜਿਹੜੇ ਮਕੈਨੀਕਲ ਲਾਸਿਸ ਹੁੰਦੇ ਆ, ਫ੍ਰਿਕਸ਼ਨ ਲਾਸਿਸ ਜਾਂ ਬਰਸ਼ ਫ੍ਰਿਕਸ਼ਨ ਲਾਸਿਸ ਆ, ਜਿਹੜੇ ਬੈਰਿੰਗ ਦੇ ਕਰਕੇ ਫ੍ਰਿਕਸ਼ਨ ਹੁੰਦੀ ਆ, ਉਹਨਾਂ ਨੂੰ ਉਹ ਜਿਹੜੇ ਲਾਸਿਸ ਆ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਜਦੋਂ ਰੋਟਰ ਜਿਹੜੀ ਸਟੇਬਲ ਪੋਜੀਸ਼ਨ ਦੇ ਉੱਤੇ ਆ, ਰੋਟੇਟ ਨਹੀਂ ਕਰ ਰਿਹਾ, ਉਹਦੇ ਜ਼ੀਰੋ ਹੁੰਦੇ। ਜਿਉਂ ਸਟਾਰਟ ਹੁੰਦੀ ਜਾਂਦੀ ਹੈ ਮੋਟਰ, ਜਿਹੜੇ ਫ੍ਰਿਕਸ਼ਨ ਲਾਸਿਸ ਵੱਧਦੇ ਜਾਂਦੇ ਮਕੈਨੀਕਲ ਔਰ ਫ੍ਰਿਕਸ਼ਨ ਲਾਸਿਸ, ਜਿਹੜੇ ਬਰਸ਼ਿਸ ਲਾਸਿਸ ਆ ਇਹ ਵੱਧਦੇ ਜਾਂਦੇ। ਨੈਕਸਟ ਆਪਣੇ ਹੈਗੇ ਵੇਰੀਏਬਲ ਲਾਸਿਸ, ਜਿਹੜੇ ਵੇਰੀ ਕਰਦੇ ਆ ਲਾਸਿਸ। ਇਹ ਤਾਂ ਹੋ ਗਏ ਜਿਹੜੇ ਆਪਾਂ ਪਹਿਲਾਂ ਡਿਸਕਸ ਕੀਤੇ ਆ, ਜਿਹੜੇ ਕੌਨਸਟੈਂਟ ਰਹਿੰਦੇ ਆ ਡਿਊਰਿੰਗ ਐਨੀ ਪ੍ਰੋਸੈਸ, ਜਿਹੜੀ ਜਦੋਂ ਵੀ ਆਪਣੀ ਮੋਟਰ ਚੱਲਦੀ ਹੈ, ਚਾਹੇ ਲੋਡ 'ਤੇ ਆ ਚਾਹੇ ਨੋ ਲੋਡ 'ਤੇ ਆ। Variable losses ਕੀ ਹੁੰਦੇ ਆ? These losses are also called copper losses. These losses occur due to the current flow in a stator and a rotor winding. As the load changes, the current flow in the rotor and a stator winding also change, hence these losses also change. Therefore, these losses are called variable losses. Copper losses are obtained by performing block rotor test on a three-phase induction motor. The main function of induction motor is to convert electrical power into a mechanical power. During this conversion, electrical energy into mechanical energy, the power flow through different stages. ਜਿਹੜੇ ਮੋਸਟਲੀ ਜਿਹੜੇ ਕਾਪਰ ਲਾਸਿਸ ਨੂੰ ਹੀ ਆਪਾਂ ਵੇਰੀਏਬਲ ਲਾਸਿਸ ਕਹਿ ਦਿੰਦੇ ਹਾਂ। ਜਦੋਂ ਮਤਲਬ ਆਪਣਾ ਲੋਡ ਪੈਂਦਾ ਵਾ ਰੋਟਰ ਦੇ ਉੱਤੇ, ਤਾਂ ਜਿਹੜੇ ਉਹ ਲਾਸਿਸ, ਜਿਹੜੇ ਕਾਪਰ ਲਾਸਿਸ ਆ ਉਹ ਵੱਧਦੇ ਆ। ਅਤੇ ਇਹਨੂੰ ਆਪਾਂ ਕਾਹਦੇ ਨਾਲ ਟੈਸਟ ਕਰਦੇ ਹਾਂ? ਬਲੋਕ ਰੋਟਰ ਟੈਸਟ ਦੇ ਨਾਲ ਇੰਡਕਸ਼ਨ ਮੋਟਰ ਦੇ ਵਿੱਚ, ਥ੍ਰੀ ਫੇਜ਼ ਇੰਡਕਸ਼ਨ ਦੇ ਮੋਟਰ ਦੇ ਵਿੱਚ ਆਪਾਂ ਇਹਨੂੰ ਜਿਹੜਾ ਕੈਲਕੂਲੇਟ ਕਰਦੇ ਹਾਂ। ਇਹ ਆਪਣਾ ਜਿਹੜਾ ਪਾਵਰ ਫਲੋ ਡਿਫਰੈਂਟ ਸਟੇਜਿਸ ਦੇ ਉੱਤੇ ਆ। ਮੋਟਰ ਇਨਪੁੱਟ ਆ, ਪਹਿਲਾਂ ਜਿਹੜੀ ਮੋਟਰ ਨੂੰ ਆਪਾਂ ਇਨਪੁੱਟ ਸਪਲਾਈ ਦਿੱਤੀ, ਉਹਦੇ 'ਚ ਫਿਰ ਆਪਣੇ ਸਟੇਟਰ ਕਾਪਰ ਲਾਸਿਸ ਆਏ ਅਤੇ ਆਇਰਨ ਲਾਸਿਸ ਆ ਗਏ। ਫਿਰ ਉਹਦੇ 'ਚ ਇਨਪੁੱਟ ਟੂ ਰੋਟਰ, ਉੱਥੋਂ ਜਿਹੜੀ ਮੋਟਰ ਦੀ ਇਨਪੁੱਟ ਤੋਂ ਆਪਾਂ ਇਨਪੁੱਟ ਟੂ ਰੋਟਰ ਦਿੱਤੀ, ਉਹਦੇ ਵਿੱਚ ਫਿਰ ਰੋਟਰ ਦੇ ਲਾਸਿਸ ਆ ਗਏ, ਜਿਹਦੇ ਵਿੱਚ ਰੋਟਰ ਕਾਪਰ ਲਾਸਿਸ, ਮਕੈਨੀਕਲ ਪਾਵਰ ਡਿਵੈਲਪ ਜਿਹੜੀ ਹੋਈ। ਉਸ ਤੋਂ ਬਾਅਦ ਜਿਹੜੇ ਮਕੈਨੀਕਲ ਪਾਵਰ ਦੇ ਅੱਗੇ ਜਿਹੜੀ ਆ ਉਹਦੇ 'ਚ ਵਾਈਂਡਿੰਗ ਅਤੇ ਫ੍ਰਿਕਸ਼ਨ ਲਾਸਿਸ ਆ ਗਏ, ਅਤੇ ਉਸ ਤੋਂ ਬਾਅਦ ਮੋਟਰ ਆਊਟਪੁੱਟ। ਇਹ ਹੋ ਗਿਆ ਆਪਣਾ ਪਾਵਰ ਫਲੋ ਡਾਇਗਰਾਮ। ਦਿਸ ਪਾਵਰ ਫਲੋ ਥਰੂ ਦ ਸਟੇਜਿਸ ਇਜ਼ ਸ਼ੋਜ਼ ਬਾਏ power flow diagram. As we all know that input of three-phase induction motor is three-phase supply, so the three-phase supply is given to a stator of three-phase induction motor. Let Pin ਕੀ ਆ is equal to electrical power supply to the stator of three-phase induction motor.
ਤੇ VL ਕੀ ਆ, ਲਾਈਨ ਵੋਲਟੇਜ ਸਪਲਾਈ ਟੂ ਦਾ ਸਟੇਟਰ ਆਫ 3 ਫੇਸ ਇੰਡਕਸ਼ਨ ਮੋਟਰ। ਤੇ IL ਕੀ ਆ, ਲਾਈਨ ਕਰੰਟ। cos phi ਕੀ ਆ, ਪਾਵਰ ਫੈਕਟਰ ਆਫ 3 ਫੇਸ ਇੰਡਕਸ਼ਨ ਮੋਟਰ। ਤੇ ਇਲੈਕਟ੍ਰਿਕ ਪਾਵਰ ਇਨਪੁਟ ਟੂ ਦਾ ਸਟੇਟਰ ਕੀ ਆ, Pin is equal to √3 VL IL cos phi। ਜਿਹੜੀ ਆਪਣੀ ਪਾਵਰ ਕਿਹਦੇ ਇਕੁਅਲ ਆ, √3 VL IL cos phi ਦੇ ਇਕੁਅਲ ਆ। The part of power input is used to supply stator losses, which are stator iron and stator copper losses. Remain power, that is input electric power minus stator losses, are supplied to the rotor as the rotor input. So rotor input P2 is equal to Pn minus stator losses, stator copper losses and stator iron losses. Now the rotor has to convert this rotor input into a mechanical energy, but this complete input cannot be converted into a mechanical output, as it has to supply rotor losses. As explained earlier, the rotor losses are of two types: rotor iron losses and rotor copper losses. Since iron losses depend upon the rotor frequency, which is very small when the rotor rotates, so it is usually negligible. So the rotor has only copper losses. Therefore, the rotor input has to supply their rotor copper losses. After supplying the rotor copper losses, remaining part of a rotor input P2 is a conversion into a mechanical power PM। ਕੀ ਕਹਿੰਦਾ ਇਹਦੇ 'ਚ, ਕਹਿੰਦਾ ਜੇ ਰੋਟਰ ਦੀ ਗੱਲ ਕਰਦੇ ਪਏ ਆਪਾਂ, ਜਿਹੜੇ ਆਪਾਂ ਇਹਦੇ 'ਚ ਮੋਟਰ ਦੇ ਵਿੱਚ ਕੀ ਕਰਦੇ ਹਾਂ, ਆਪਾਂ ਮਕੈਨੀਕਲ ਜਿਹੜੀ ਇਲੈਕਟ੍ਰੀਕਲ ਐਨਰਜੀ ਆ ਉਹਨੂੰ ਆਪਾਂ ਮਕੈਨੀਕਲ ਐਨਰਜੀ ਦੇ ਵਿੱਚ ਕਨਵਰਟ ਕਰਦੇ ਹਾਂ। ਇਹਦੇ 'ਚ ਜਿਹੜਾ ਰੋਟਰ ਅਹਿਮ ਭੂਮਿਕਾ ਨਿਭਾਉਂਦਾ ਵਾ, ਉਹਦੇ 'ਚ ਜਿਹੜੇ ਰੋਟਰ ਦੇ ਲੋਸਿਸ ਹੁੰਦੇ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਆਇਰਨ ਲੋਸਿਸ ਅਤੇ ਕਾਪਰ ਲੋਸਿਸ। ਜਿਹੜੇ ਆਪਾਂ ਕਾਪਰ ਲੋਸਿਸ ਦੀ ਜਦੋਂ ਗੱਲ ਕਰਦੇ ਹਾਂ, ਇਹਦੇ 'ਚ ਜਿਹੜੀ ਫ੍ਰੀਕੁਐਂਸੀ ਆ ਉਹ ਜਿਹੜੀ ਸਮੋਲ ਫ੍ਰੀਕੁਐਂਸੀ ਡਿਊਰਿੰਗ ਰੋਟੇਸ਼ਨ ਹੁੰਦੀ ਹੈ ਯੂਜ਼। ਇਸ ਕਰਕੇ ਜਿਹੜੇ ਉਹ ਰੋਟਰ ਜਿਹੜੇ ਆਪਣੇ ਆਇਰਨ ਲੋਸਿਸ ਆ ਉਹ ਨਿਗਲੀਜੀਬਲ ਹੋ ਜਾਂਦੇ ਆ, ਅਤੇ ਇਹਦੇ 'ਚ ਆਪਾਂ ਕਾਪਰ ਲੋਸਿਸ ਹੀ ਇਕੱਲਾ ਲੈਂਦੇ ਹਾਂ। ਆਪਾਂ ਇਹਦੇ 'ਚ ਆਪਾਂ ਅੱਗੇ ਹੁਣ ਕਰਦੇ ਹਾਂ, ਇਕੱਲੇ ਆਪਾਂ ਰੋਟਰ ਦੇ ਵਿੱਚ ਇਕੱਲੇ ਕਾਪਰ ਲੋਸਿਸ ਹੀ ਲੈਣੇ ਆ। ਉਹਦੇ 'ਚ ਕੀ ਆ, ਲੈਟ PC ਬੀ ਦਾ ਰੋਟਰ ਕਾਪਰ ਲੋਸਿਸ। ਜਿਹੜੇ PC ਆ ਉਹ ਪਾਵਰ ਲੋਸਿਸ ਇਨ ਡਿਊ ਟੂ ਕਾਪਰ ਲੋਸਿਸ ਆ। I2 ਕੀ ਆ, I2 ਬੀ ਦਾ rotor current under running condition. R2 is the rotor resistance. PM is the gross mechanical power developed, and PC is equal to 3 into I2 into 2 R2. PM is equal to PC2 minus PC. Now the mechanical power developed is given to the load by shaft, but there occur some mechanical losses like friction and winding losses. So the gross mechanical power developed has to be supplied to these losses. Therefore, the net output power developed at the shaft, which is finally given to a load, is P out. P out is equal to PM minus mechanical losses. P out is called the shaft power or useful power.
this all about losses. Now, thank you very much. Next time we interact with the next topic. Thank you very much.